ਮਮਾਸ ਮਿਲਕ ਬੈਂਕ, ਮਾਂ ਦੇ ਦੁੱਧ ਦਾ ਬੈਂਕ। ਤੁਹਾਨੂੰ ਕਦੀ ਜ਼ਿੰਦਗੀ 'ਚ ਮੌਕਾ ਮਿਲੇ ਡੋਨੇਟ ਕਰਨਾ ਚਾਹੋਗੇ, ਮਾਂ ਬਣੋਗੇ, ਕੱਲ ਨੂੰ ਬੱਚਾ ਹੋਏਗਾ? ਬਿਲਕੁਲ ਬਿਲकुल ਅਗਰ ਮੈਨੂੰ ਲੱਗੇਗਾ ਕਿ ਮੈਂ ਕਰ ਪਾ ਰਹੀ ਹਾਂ ਮੈਂ ਬਿਲਕੁਲ ਕਰਾਂਗੀ। ਤੇ ਉਹ ਕੀ ਕਰਦੀਆਂ ਨੇ, ਉਹਨਾਂ ਨੇ ਵੈਸੇ ਵੀ ਆਪਣਾ ਮਿਲਕ ਕੱਢਣਾ ਹੈ ਔਰ ਉਹਨਾਂ ਨੂੰ ਸੁੱਟ ਦੇਣਾ ਹੈ। ਉਹ ਮਿਲਕ ਥੋੜੀ ਉਹ ਤਾਂ ਕਿਸੇ ਦੀ ਜਾਨ ਸੁੱਟ ਰਹੀਆਂ ਨੇ ਨਾ। चंडीगढ़ की माएँ आपको इतनी जागरूक लगती हैं, वो सेल्फ मोटिवेशन लेके आगे आएंगी या उनको जागरूक करना पड़ेगा? अगर उनको जागरूकता करी जाएगी तो वो डेफिनेटली आगे आएंगे डोनेशन के लिए और आगे आएंगे डोनेशन लेने के लिए भी। 365 दिन तक ਇਹ ਮਾਂ ਦਾ ਦੁੱਧ ਇਸ ਤਰੀਕੇ ਨਾਲ ਸੰਭਾਲ ਕੇ ਰੱਖਿਆ ਜਾਏਗਾ ਕਿ ਖਰਾਬ ਵੀ ਨਹੀਂ ਹੋਏਗਾ। ਅਸੀਂ ਮਾਂ ਦਾ ਦੁੱਧ ਜਿੱਦਾਂ ਹੀ ਮਾਂ ਡੋਨੇਟ ਕਰਦੀ ਹੈ ਉਹਨੂੰ ਇਮੀਡੀਏਟਲੀ ਉਹਨੂੰ ਫ੍ਰੀਜ਼ਰ ਦੇ ਅੰਦਰ ਲਾ ਦਿੰਦੇ ਹਾਂ ਤੇ ਸਾਇੰਸ ਇਹ ਪ੍ਰੂਵ ਕਰਦੀ ਹੈ ਕਿ ਮਾਂ ਦਾ ਦੁੱਧ ਜੇ -20 ਡਿਗਰੀ ਤੇ ਰਹੇ, ਕੁਝ ਵੀ ਨਾ ਤੁਸੀਂ ਕਰੋ, 6 ਮਹੀਨੇ ਤੱਕ ਵੈਸੇ ਵੀ ਉਹ ਠੀਕ ਰਹਿੰਦਾ। ਉਹਦੇ ਬਾਅਦ ਅਸੀਂ ਉਹਨੂੰ ਸਟੈਂਡਰਡਾਈਜ਼ ਕਰਦੇ ਹਾਂ। ਉਹਦੇ ਬਾਅਦ ਇੱਕ ਸਾਡੇ ਕੋਲ ਇੱਕ ਮਸ਼ੀਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਫ੍ਰੀਜ਼ ਡਰਾਇਰ, ਜੋ ਕਿ ਅਗੇਨ ਇੰਪੋਰਟਡ ਹੈ, ਜਦਕਿ ਪਹਿਲੀ ਵਾਰ ਇੰਡੀਆ ਵਿੱਚ ਇਸ ਸਕੇਲ ਦੇ ਉੱਪਰ ਲੱਗ ਰਹੀ ਹੈ ਹਿਊਮਨ ਮਿਲਕ ਵਾਸਤੇ। ਸੋ 73% ਡੈਥ ਰੇਸ਼ੋ ਘਟ ਗਈ ਸੀ ਮਤਲਬ Absolutely. ਪ੍ਰੀਮੈਚੁਰ ਬੱਚਿਆਂ ਦੀ ਯੈਸ 73% ਇਸ ਦੁੱਧ ਨਾਲ। ਯੈਸ ਹਾਂ, ਅਸੀਂ ਉਹਨਾਂ ਦੇ ਟੈਸਟ ਕਰਾਂਗੇ। ਅਗਰ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈ, ਕੋਈ ਬਿਮਾਰੀ ਨਹੀਂ ਹੈ, ਕੋਈ ਦਵਾਈਆਂ ਇਹੋ ਜਿਹੀ ਨਹੀਂ ਲੈ ਰਹੇ, ਤਾਂ ਹੀ ਉਹਨਾਂ ਦਾ ਦੁੱਧ ਦਿੱਤਾ ਜਾਏਗਾ। कि जो माँ के दूध अगर हम एक बच्चे को 6 महीने तक दें, मिनिमम 6 महीने तक दें, तो अबाउट 82 लाख बच्चे बच जाते हैं। कि अगर हम देखें कि स्टैटिस्टिक्स कहता है कि लाइफ बच जाती है, जानें बच जाती बच्चों की, फिर हम क्यों ना दें। ਸਤਿ ਸ਼੍ਰੀ ਅਕਾਲ। ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਜੇ ਆਪਾਂ ਸਾਇੰਸ ਦੀ ਤਰੱਕੀ ਦੀ ਗੱਲ ਕਰੀਏ ਤਾਂ ਅੱਜ ਤੱਕ ਤੁਸੀਂ ਬਲੱਡ ਬੈਂਕ ਸੁਣਿਆ ਹੋਣਾ, ਆਰਗਨ ਬੈਂਕ ਸੁਣਿਆ ਹੋਣਾ, ਸੀਮਨ ਬੈਂਕ ਸੁਣਿਆ ਹੋਣਾ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬੈਂਕ ਨਾਲ ਇੰਟਰੋਡਿਊਸ ਕਰਾਉਣ ਜਾ ਰਹੇ ਹਾਂ ਜਿਹੜਾ ਕਿ ਤੁਹਾਨੂੰ ਸੁਣ ਕੇ ਵੀ ਸ਼ਾਇਦ ਬਹੁਤ ਜ਼ਿਆਦਾ ਹੈਰਾਨੀ ਹੋਏਗੀ। ਉਹ ਹੈਗਾ ਮਮਾਸ ਮਿਲਕ ਬੈਂਕ, ਮਾਂ ਦੇ ਦੁੱਧ ਦਾ ਬੈਂਕ। ਤੁਸੀਂ ਵੀ ਸੁਣ ਰਹੇ ਹੋਵੋਗੇ ਕਿ ਇੱਕ ਮਾਂ ਦਾ ਦੁੱਧ ਕਿ ਤੁਹਾਨੂੰ ਇੱਕ ਬੈਂਕ ਦੇ ਵਿੱਚ ਸਟੋਰ ਹੋਇਆ ਮਿਲੇਗਾ, ਔਰ ਜੇ ਜਿਹੜਾ ਬੱਚਾ ਉਹਨੂੰ ਪੀ ਰਿਹਾ ਹੈ ਉਹਨੂੰ ਪੀ ਵੀ ਸਕੇਗਾ, ਔਰ ਉਹੀ ਪ੍ਰੋਟੀਨ ਜੋ ਮਾਂ ਦੇ ਦੁੱਧ ਤੋਂ ਡਾਇਰੈਕਟ ਫੀਡਿੰਗ ਲੈਣ ਵੇਲੇ ਬੱਚੇ ਨੂੰ ਮਿਲਦਾ ਹੈ ਉਹ ਸਭ ਕੁਝ ਮਿਲੇਗਾ। ਔਰ 1 ਸਾਲ ਤੱਕ ਦੀ 365 ਦਿਨ ਤੱਕ ਇਹ ਮਾਂ ਦਾ ਦੁੱਧ ਇਸ ਤਰੀਕੇ ਨਾਲ ਸੰਭਾਲ ਕੇ ਰੱਖਿਆ ਜਾਏਗਾ ਕਿ ਖਰਾਬ ਵੀ ਨਹੀਂ ਹੋਏਗਾ। ਸੋ ਇਹ ਦਾਅਵਾ ਕਰ ਰਹੇ ਨੇ ਬੇਦੀ ਹਸਪੀਟਲ ਚੰਡੀਗੜ੍ਹ ਦੇ ਡਾਕਟਰ RS ਬੇਦੀ। ਇਹਨਾਂ ਨਾਲ ਗੱਲ ਕਰਦੇ ਹਾਂ ਵੀ ਇਹ ਕਰਨ ਕੀ ਜਾ ਰਹੇ ਨੇ ਤੇ ਕਿੱਦਾਂ ਦਾ ਰਿਸਪੌਂਸ ਇਹਨਾਂ ਨੂੰ ਚੰਡੀਗੜ੍ਹ 'ਚੋਂ ਆਉਣ ਦੀ ਉਮੀਦ ਹੈ। ਸੋ ਡਾਕਟਰ ਬੇਦੀ ਸਾਹਿਬ, ਮਨ 'ਚ ਇਹੀ ਸਵਾਲ ਆ ਜਾਂਦਾ ਹੈ ਕਿ ਸਾਇੰਸ ਇੰਨੀ ਤਰੱਕੀ ਕਰ ਗਈ ਹੈ ਕਿ ਮਾਂ ਦੇ ਦੁੱਧ ਨੂੰ ਮਾਂ ਆਪਣਾ ਦੁੱਧ ਕੱਢ ਕੇ ਦੇਗੀ ਤੇ ਉਹਨੂੰ ਤੁਸੀਂ ਫਰੀਜ਼ ਕਰਕੇ ਜਾਂ ਉਹਨੂੰ ਪ੍ਰੀਜ਼ਰਵੇਟਿਵਸ ਪਾ ਕੇ ਉਹਨੂੰ ਸੰਭਾਲ ਸਕੋਗੇ? ਬਿਲਕੁਲ। ਇਹ ਜਿਹੜੀ ਵਿਧੀ ਹੈ ਇਹ ਨਈ ਨਹੀਂ ਹੈ। ਪਹਿਲੀ ਗੱਲ, ਕਿੰਨੀ ਪੁਰਾਣੀ ਹੈ ਇਹ ਤੇ 1985 ਵਿੱਚ ਬ੍ਰਾਜ਼ੀਲ ਦਾ ਮੈਂ ਐਗਜ਼ਾਮਪਲ ਦਊਂਗਾ। 214 ਉਹਨਾਂ ਨੇ ਬਲੱਡ ਬੈਂਕ ਇੱਕ ਟਾਈਮ ਤੇ ਹੀ ਖੋਲ੍ਹ ਦਿੱਤੇ ਸੀਗੇ, ਔਰ ਉਹਨਾਂ ਨੇ ਇਹ ਦੇਖਿਆ ਹੈ ਕਿ 85 ਤੋਂ ਲੈ ਕੇ 2020 ਵਿੱਚ ਬੱਚਿਆਂ ਵਿੱਚ, ਖਾਸ ਕਰਕੇ ਪ੍ਰੀ ਟਰਮ ਬੇਬੀਜ਼ ਵਿੱਚ 73% ਘੱਟ ਮੌਤ ਦੀ ਦਰ ਹੋਈ ਹੈ। ਸੋ 73% ਡੈਥ ਰੇਸ਼ੋ ਘਟ ਗਈ ਸੀ ਮਤਲਬ Absolutely. ਪ੍ਰੀਮੈਚੁਰ ਬੱਚਿਆਂ ਦੀ। ਯੈਸ 73% ਇਸ ਦੁੱਧ ਨਾਲ। ਯੈਸ, ਇਹਨੂੰ ਅਸੀਂ ਲਿਕੁਇਡ 골ਡ ਵੀ ਕਹਿੰਦੇ ਹਾਂ, ਔਰ ਇਹਨੂੰ ਅਸੀਂ ਇੱਕ ਡਰੱਗ ਦਾ ਜਿਹੜਾ ਹੈ ਉਹ ਖਿਤਾਬ ਦਿੱਤਾ ਹੋਇਆ ਹੈ ਇਸ ਕਰਕੇ ਕਿਉਂਕਿ ਇੱਕ ਪ੍ਰੀਮੈਚੁਰ ਬੱਚੇ ਵਾਸਤੇ ਖਾਸ ਕਰਕੇ ਪਹਿਲੇ ਹਫਤੇ 10 ਦਿਨ ਦੇ ਵਿੱਚ ਜਿੰਨੀ ਇਮਿਊਨਿਟੀ ਇਹ ਇੱਕ ਮਦਰ ਦਾ ਮਿਲਕ ਪ੍ਰੋਵਾਈਡ ਕਰਦਾ ਹੈ, ਕੋਈ ਵੀ ਜਿਹੜੀ ਹੋਰ ਇਹੋ ਜਿਹੀ ਦਵਾ ਨਹੀਂ ਹੈ ਉਹ ਇਸ ਤਰ੍ਹਾਂ ਉਹ ਕਾਰਗਰ। ਸੰਜੀਵਨੀ ਬੂਟੀ ਰਾਮਬਾਣ ਵਰਗੀ ਚੀਜ਼ ਹੁੰਦੀ ਹੈ। 100% ਸੰਜੀਵਨੀ ਬੂਟੀ ਹੈ ਔਰ ਰਾਮਬਾਣ ਹੈ ਜੀ। ਇੰਡੀਆ 'ਚ ਖੁੱਲ ਚੁੱਕੇ ਨੇ ਹਜੇ ਮਿਲਕ ਬੈਂਕ ਹੋਰ? ਹਾਂ, ਇੱਥੇ ਤਕਰੀਬਨ 57 ਬਲੱਡ ਬੈਂਕ ਹੈਗੇ ਨੇ ਇੰਡੀਆ ਵਿੱਚ, ਬਟ ਨਾਰਥ ਇੰਡੀਆ ਵਿੱਚ ਦਿੱਲੀ ਵਿੱਚ ਇੱਕ ਹੈਗਾ। ਉਸ ਤੋਂ ਇਲਾਵਾ ਪ੍ਰਾਈਵੇਟ ਜਿਹੜਾ ਫੈਸਿਲਿਟੀ ਹੈ ਉਹ ਬੇਦੀ ਹਸਪੀਟਲ ਸ਼ੁਰੂ ਕਰਨ ਜਾ ਰਿਹਾ ਹੈ ਚੰਡੀਗੜ੍ਹ ਵਿੱਚ। ਔਰ ਇਹ ਕਿਉਂਕਿ ਕੱਲ ਮਦਰ ਡੇ ਹੈਗਾ ਤਾਂ ਅਸੀਂ ਸਮਝਿਆ ਕਿ ਇਹ ਇੱਕ ਸਹੀ ਮੌਕਾ ਹੈ ਜਦੋਂ ਅਸੀਂ ਇਹੋ ਜਿਹੀ ਵਿਵਸਥਾ ਜਿਹੜੀ ਹੈਗੀ ਹੈ ਚੰਡੀਗੜ੍ਹ ਦੇ ਸ਼ਹਿਰੀਆਂ ਨੂੰ ਮੁਹੱਈਆ ਕਰਾਈਏ। ਸਾਡੇ ਦੇਸ਼ ਦੇ ਲੋਕ ਜਾਗਰੂਕ ਤਾਂ ਹੋ ਰਹੇ ਨੇ, ਬਲੱਡ ਲਈ ਵੀ ਜਾਗਰੂਕ ਹੋ ਰਹੇ ਨੇ, ਆਰਗਨ ਲਈ ਜਾਗਰੂਕ ਹੋ ਰਹੇ ਨੇ, ਈਵਨ ਕਿ ਸੀਮਨ ਬੈਂਕਸ ਵੀ ਬੜੇ ਸਟੈਸਫੁਲੀ ਹੈਗਾ ਚੱਲ ਰਹੇ ਹੈਗੇ ਨੇ। ਸੋ ਇੱਕ ਬੜਾ ਜਜ਼ਬਾਤੀ ਤੇ ਇਮੋਸ਼ਨਲ ਇਸ਼ੂ ਹੈਗਾ ਇਹ। ਮਾਂ ਨੂੰ ਤਿਆਰ ਕਿੱਦਾਂ ਕਰੋਗੇ ਆਪਣਾ ਦੁੱਧ ਕੱਢ ਕੇ ਤੂੰ ਜਿਹੜਾ ਹੈਗਾ ਦੇ ਅਸੀਂ ਕਿਸੇ ਹੋਰ ਦੇ ਬੱਚੇ ਨੂੰ ਪਿਲਾਵਾਂਗੇ? ਦੇਖੋ, ਮਾਂ ਦਾ ਇਮੋਸ਼ਨਲ ਕੋਸ਼ੈਂਟ ਜਿਹੜਾ ਹੈਗਾ ਬਹੁਤ ਹਾਈ ਹੁੰਦਾ ਹੈ। ਇਹ ਬਲੱਡ ਡੋਨੇਸ਼ਨ ਵਾਸਤੇ ਸਾਨੂੰ ਬਹੁਤ ਸਮਾਂ ਲੱਗਿਆ ਲੋਕਾਂ ਨੂੰ ਸਾਹਮਣੇ ਲਿਆਉਣ ਵਾਸਤੇ,
ਆਰਗਨ ਡੋਨੇਸ਼ਨ ਵਿੱਚ ਹੋਰ ਵੀ ਜ਼ਿਆਦਾ ਸਮਾਂ ਲੱਗ ਗਿਆ, ਕਿਉਂਕਿ ਉਹਦੇ ਵਿੱਚ ਕਿਸੇ ਦੀ ਇੱਕ ਮੌਤ ਦਾ ਸਵਾਲ ਹੈ ਜਾਂ ਬਲੱਡ ਨੂੰ ਡੋਨੇਟ ਕਰਨ ਦਾ ਸਵਾਲ ਹੈ। ਦੁੱਧ ਜਿਹੜਾ ਹੈਗਾ, ਮਾਂ ਜਿਹੜੇ ਐਕਸਟਰਾ ਦੁੱਧ ਪ੍ਰੋਡਿਊਸ ਕਰ ਰਹੀ ਹੈ ਉਹਦੇ ਵਿੱਚ ਉਹਦਾ ਖਰਾਬ ਹੀ ਜਾਏਗਾ। ਸੋ ਮਾਂ ਜੋ ਹੈ ਇਮੋਸ਼ਨਲੀ ਬਹੁਤ ਹੀ ਸਟਰੋਂਗ ਔਰ ਅੱਛਾ ਫੀਲ ਕਰੇਗੀ ਅਗਰ ਉਹ ਕਿਸੇ ਹੋਰ ਮਾਂ ਦੇ ਬੱਚੇ ਨੂੰ ਇਹਦੇ ਨਾਲ ਜੀਵਨ ਦੇ ਸਕੇ। ਜੀ, ਔਰ ਮਤਲਬ ਕੋਈ ਦੂਜਾ ਬੱਚਾ ਵੀ ਪੀ ਸਕਦਾ, ਕੋਈ ਸਾਈਡ ਇਫੈਕਟ ਨਹੀਂ, ਇਦਾਂ ਦੀ ਕੋਈ ਉਹ ਗੱਲ ਨਹੀਂ ਰਹੇਗੀ। ਬਿਲਕੁਲ, ਮਾਂ ਦਾ ਦੁੱਧ, ਇੱਕ ਮਾਂ ਦਾ ਦੁੱਧ, ਦੂਸਰਾ ਮਾਂ ਦਾ ਦੁੱਧ, ਦੋਨੋਂ ਜਿਵੇਂ ਕਾਓ ਮਿਲਕ ਹੈ, ਬਫਲੋ ਮਿਲਕ ਹੈ, ਉਹਨਾਂ ਦੇ ਸਭ ਦੇ ਮਿਲਕ ਦੇ ਵਿੱਚ ਇੱਕੋ ਹੀ ਮਾਤਰਾ ਵਿੱਚ ਸਭ ਚੀਜ਼ਾਂ ਹੁੰਦੀਆਂ। ਇਸ ਤਰ੍ਹਾਂ ਹੀ ਹਰ ਮਾਂ ਦਾ ਦੁੱਧ ਜਿਹੜਾ ਹੈਗਾ ਉਹ ਜਿਹੜੇ ਉਹਦੇ ਪੋਸ਼ਣ ਹੈਗਾ ਉਹ ਸਾਰਾ ਬੜਾ ਅੱਛਾ ਹੁੰਦਾ ਹੈ। ਹਾਂ, ਅਸੀਂ ਉਹਨਾਂ ਦੇ ਟੈਸਟ ਕਰਾਂਗੇ, ਅਗਰ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈ, ਕੋਈ ਬਿਮਾਰੀ ਨਹੀਂ ਹੈ, ਕੋਈ ਦਵਾਈਆਂ ਇਹੋ ਜਿਹੀ ਨਹੀਂ ਲੈ ਰਹੇ, ਤਾਂ ਹੀ ਉਹਨਾਂ ਦਾ ਦੁੱਧ ਦਿੱਤਾ ਜਾਏਗਾ। ਅਦਰਵਾਈਜ਼ ਆਮ ਤੌਰ ਤੇ ਸ਼ੂਗਰ ਹੋ ਗਿਆ, ਬੀਪੀ ਹੋ ਗਿਆ, ਹਾਈਪਰਟੈਂਸ਼ਨ ਹੋ ਗਿਆ, ਇਹ ਜੀ ਕੋਈ ਇਫੈਕਟਡ ਲੇਡੀ ਹੈਗੀ ਹੈ ਤਾਂ ਉਹਦਾ ਦੁੱਧ ਨਹੀਂ ਕਾਰਾਗਰ ਹੋਏਗਾ। ਯੈਸ, ਅਗਰ ਕਿਸੇ ਨੂੰ ਇਨਫੈਕਸ਼ਨਸ ਹੈਗੀਆਂ ਤੇ ਉਹਨਾਂ ਨੂੰ ਵੀ ਅਸੀਂ ਦੇਖਾਂਗੇ ਕਿ ਵੀ ਉਹਨਾਂ ਦਾ ਦੁੱਧ ਜਿਹੜਾ ਹੈ ਅਸੀਂ ਲੈਣਾ ਹੈ ਕਿ ਨਹੀਂ ਲੈਣਾ। ਜੀ, ਸੋ ਇਹਦੀ ਵੈਲਿਡਿਟੀ ਮਤਲਬ ਆਪਾਂ ਦੇਖੀਏ, ਜਦੋਂ ਮਾਂ ਆਪਣਾ ਦੁੱਧ ਦੇ ਦੇਗੀ, ਉਹਨੂੰ ਜਦੋਂ ਪ੍ਰੀਜ਼ਰਵ ਕੀਤਾ ਜਾਏਗਾ ਤਾਂ ਪ੍ਰੀਜ਼ਰਵੇਟਿਵਸ ਕੀ ਇਹਦੇ 'ਚ ਪਾਓਗੇ ਤੇ ਵੈਲਿਡਿਟੀ ਕਿੰਨੀ ਕੁ ਰਹੇਗੀ ਜਦੋਂ ਸੰਭਾਲੋਗੇ ਇਹਨੂੰ? ਇਹਦੇ ਨਾ ਲਾਈਫਲਾਈਜ਼ਡ ਤਰੀਕੇ ਦੇ ਨਾਲ ਇਸ ਨੂੰ ਪਲਾਂਟ ਦੇ ਵਿੱਚ ਫਰੀਜ਼ ਡਰਾਈ ਕੀਤਾ ਜਾਏਗਾ। ਇਹਦੇ ਵਿੱਚ ਕੋਈ ਪ੍ਰੀਜ਼ਰਵੇਟਿਵ ਨਹੀਂ ਹੋਏਗਾ। ਉਹ ਫਰੀਜ਼ ਡਰਾਈ ਦੀ ਟੈਕਨੋਲੋਜੀ ਇਹੋ ਜਿਹੀ ਹੈ ਜਿਹਦੇ ਨਾਲ ਇਹ ਪਾਊਡਰ ਫਾਰਮ 'ਚ ਹੋ ਜਾਏਗਾ ਔਰ ਪਾਊਡਰ ਫਾਰਮ 'ਚ ਇਹਦੀ ਸਟੇਬਿਲਿਟੀ 12 ਮਹੀਨੇ ਤੱਕ ਕਾਇਮ ਰਹੇਗੀ। ਜੀ, ਤੇ ਉਸ ਤੋਂ ਬਾਅਦ ਸਵਾਲ ਉੱਠ ਜਾਏਗਾ ਕੋਈ ਵਿੱਤੀ ਤੁਹਾਨੂੰ ਲਾਭ ਵੀ ਹੈ ਇਸ ਚੀਜ਼ ਦਾ? ਹਾਂ, ਦੇਖੋ ਇਹ ਜਿਹੜਾ ਹੈਗਾ, ਜਿਹੜਾ ਮਾਂ ਕੋਈ ਡੋਨੇਟ ਕਰੇਗੀ ਉਹਦੇ ਕੋਈ ਚਾਰजेस ਨਹੀਂ ਹੈਗੇ ਨੇ, ਉਹਦੇ ਪ੍ਰੋਸੈਸਿੰਗ ਚਾਰजेस ਕੋਈ ਨਹੀਂ ਹੈਗੇ ਨੇ, ਔਰ ਅਗਰ ਕਿਸੇ ਪ੍ਰੀਮੈਚੁਰ ਬੱਚੇ ਨੂੰ ਇਹ ਇਸਤੇਮਾਲ ਵਿੱਚ ਲਾਇਆ ਜਾਏਗਾ ਉਹਦੇ ਵੀ ਕੋਈ ਚਾਰਜ ਨਹੀਂ ਹੋਣਗੇ। ਜੋ ਤੁਹਾਡੇ ਜਿਹੜਾ ਸਵਾਲ ਹੈ ਉਹਦਾ ਜਵਾਬ ਇਹੀ ਹੈ ਕਿ ਬਿਲਕੁਲ ਨਿਸ਼ੁਲਕ ਵਿਦਾਊਟ ਐਨੀ ਚਾਰजेस ਅਸੀਂ ਇਹ ਮਿਲਕ ਜਿਹੜਾ ਹੈਗਾ ਡੋਨੇਟ ਕਰਾਂਗੇ। ਇਹਦਾ ਨਾਂ ਹੀ ਡੋਨੇਸ਼ਨ ਹੈ। ਹਾਂ, ਅਗਰ ਮਾਂ ਜਿਹੜੀ ਹੈਗੀ ਹੈ ਆਪਣੇ ਬੱਚੇ ਵਾਸਤੇ ਉਹ ਅਗਲੇ 4 ਮਹੀਨੇ ਬਾਅਦ ਉਹਨਾਂ ਨੂੰ ਆਪਣਾ ਮਿਲਕ ਦੇਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਚਾਰजेस ਲੱਗਣਗੇ ਪ੍ਰੋਸੈਸਿੰਗ ਦੇ। ਜੀ, ਉਹ ਕਿੰਨੇ ਹੋਣਗੇ ਮਿਨੀਮਮ? ਉਹ ਆਲਮੋਸਟ ਸਿਮਿਲਰ ਹੈ, ਜਿਹੜੇ ਆਰਟੀਫੀਸ਼ੀਅਲ ਮਿਲਕ ਪਾਊਡਰ ਮਿਲਕ ਆਉਂਦੇ ਨੇ ਉਹ ਆਲਮੋਸਟ ਸਿਮਿਲਰ ਚਾਰजेस ਉਹਦੇ ਵਿੱਚ ਹੋਣਗੇ। ਜੀ, ਤੇ ਡਾਕਟਰ ਬੇਦੀ ਨੇ ਜਿਵੇਂ ਦੱਸਿਆ ਹੈ ਕਿ ਮਾਂ ਦਾ ਦੁੱਧ ਬੇਸ਼ਕੀਮਤੀ ਅਨਮੋਲ ਹੁੰਦਾ, ਅੱਜ ਤੱਕ ਉਹਦੀ ਕੀਮਤ ਵੀ ਕੋਈ ਨਹੀਂ ਲਾ ਸਕਿਆ ਤੇ ਕੀਮਤ ਹੁਣ ਵੀ ਨਹੀਂ ਲੱਗੇਗੀ। ਔਰ ਹਾਲਾਂਕਿ ਉਹ ਲਿਕਰ ਫਾਰਮ 'ਚ ਹੁੰਦਾ ਜਦੋਂ ਮਾਂ ਆਪਣੇ ਬੱਚੇ ਨੂੰ ਪਿਲਾ ਰਹੀ ਹੁੰਦੀ, ਪਰ ਅਜਿਹੀ ਹੁਣ ਕੋਈ ਸਾਇੰਸ ਦੀ ਟੈਕਨੀਕ ਹੈਗੀ ਐਜ਼ ਏ ਪ੍ਰੀਜ਼ਰਵੇਟਿਵ ਆ ਗਏ ਨੇ ਜਿਹੜੇ ਉਹਨਾਂ ਨੂੰ ਪਾ ਕੇ ਸੁੱਕੇ ਪਾਊਡਰ ਦੇ ਰੂਪ ਦੇ ਵਿੱਚ ਉਹ ਤੁਹਾਨੂੰ ਜਿਹੜਾ ਹੈਗਾ ਮਿਲਿਆ ਕਰੇਗਾ ਤੇ ਕੋਈ ਵੀ ਬੱਚਾ ਕਿਸੇ ਵੀ ਮਾਂ ਦਾ ਦੁੱਧ ਹੈ ਪੀ ਸਕੇਗਾ। ਤੇ ਉਸ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਇਹ ਡਾਕਟਰ ਬੇਦੀ ਉਹਨਾਂ ਵੱਲੋਂ ਸ਼ੁਰੂਆਤ ਇਹਦੀ ਕੀਤੀ ਜਾ ਰਹੀ ਹੈਗੀ ਹੈ। ਸੋ ਕਿਤੇ ਨਾ ਕਿਤੇ ਲੋੜ ਹੈਗੀ ਹੁਣ ਮਾਵਾਂ ਨੂੰ ਜਾਗਰੂਕ ਕਰਨ ਦੀ ਕਿ ਸਾਇੰਸ ਦੀ ਜਿਹੜੀ ਇੰਨੀ ਤਰੱਕੀ ਹੋ ਗਈ ਹੈ, ਜੇ ਕਿਸੇ ਮਾਂ ਦਾ ਬੱਚਾ ਦੁੱਧ ਨਹੀਂ ਪੀ ਪਾ ਰਿਹਾ ਜਾਂ ਮਾਂ ਉਹਨੂੰ ਦੇ ਨਹੀਂ ਪਾਉਂਦੀ ਜਾਂ ਮਾਂ ਉਹਦੀ ਹੈ ਨਹੀਂ ਹੈ ਤਾਂ ਹੋਰ ਕੋਈ ਮਾਂ ਵੀ ਅੱਗੇ ਆ ਕੇ ਦੂਜੇ ਬੱਚੇ ਨੂੰ ਮਾਂ ਹੋਣ ਦਾ ਅਹਿਸਾਸ ਜਿਹੜਾ ਹੈਗਾ दे सकती है। पहला सवाल यही कि आप माँ भी हैं, आप डॉक्टर भी हैं, आपने भी जब आपका बेबी पहला पैदा हुआ होगा दूध पिलाया होगा, बड़ा इमोशनल सा इशू होता है वो। कभी ज़िंदगी में सोचा था कि साइंस की वो तरक्की हो जाएगी कि ऐसे भी कर सकेंगे? नहीं, आप छोड़ दो। हमने सोचा था कि ब्लड डोनेशन जो है, रक्तदान है, वो सबसे बड़ा दान है, दैट सेव्स लाइव्स, उससे लाइव्स बच जाती हैं। बट अभी कहा गया है, WHO के स्टैटिस्टिक्स ने 2017 में बताया है कि जो माँ के दूध अगर हम एक बच्चे को 6 महीने तक दें, मिनिमम 6 महीने तक दें, तो अबाउट 82 लाख बच्चे बच जाते हैं। 82 लाख मतलब है 82 लाख लोगों को, बच्चों को डेथ रेशियो बहुत कम हो जाता है, इन्फेंट मोर्टेलिटी रेट जिसको कहते हैं वो कम हो जाएगा। और ये जो माँ का दूध है देख लो, इट इज़ टोटली इनएक्सपेंसिव, बिल्कुल हाइजीनिक है, उसमें एंटी इन्फेक्टिव प्रॉपर्टीज़ हैं, एंटी इन्फ्लेमेटरी प्रॉपर्टीज़ हैं, जो भी कह लो सब कुछ माँ के दूध में है। उसमें प्रोटीन भी है जी, कार्बोहाइड्रेट भी है, फैट भी है, और ज़्यादा मात्रा में तो पानी है। बट जो चीज़ बच्चे को चाहिए पहले 6 महीने के लिए सारा माँ की दूध में है, जो हो सकता है पाउडर दूध में ना हो। और मोस्ट इम्पॉर्टेंट ये बात है कि अगर हम देखें कि स्टैटिस्टिक्स कहता है कि लाइफ बच जाती है, जानें बच जाती बच्चों की, फिर हम क्यों ना दें। कई बच्चे होते हैं जो प्रीमेच्योर पैदा होते हैं, और आजकल जो ट्रेंड चला है सरोगेसी का, मान लो वो माएँ कहाँ करेंगी, वो दूध, यस IVF हो जाए, सरोगेसी हो जाए, वो बच्चे कहाँ से दूध लेके आएंगे। दैट मीन्स उनको सीधा फॉर्मूला मिल्क पे ही डालना पड़ेगा,
तो मेरे ख्याल से तो इट इज़ अ बून या रेवोल्यूशन कह लो, पर ये है हाँ, हमें एक्सेप्ट करना पड़ेगा, पहले डॉक्टर्स को एक्सेप्ट करना पड़ेगा ये हो सकता है, फिर हम पेशेंट्स को काउंसल करेंगे। ये बहुत अच्छा तरीका है ताकि आप बच्चे की इम्यूनिटी बढ़ा सकें। और थर्ड इज़ के अवेलेबिलिटी होनी चाहिए। तो काउंसलिंग है, अवेलेबिलिटी है, एक बार अवेलेबिलिटी हो जाएगी, काउंसलिंग हो जाएगी, लोग अपने आप एक्सेप्ट करेंगे। तो जैसे बताया डॉक्टर साहब ने, क्या फ्री ऑफ कॉस्ट है जरा बच्चों को ये दूध दिया जाएगा, तो माओ को कैसे तैयार करेंगे? इमोशनल इशू है कि आप अपना दूध दे के जाओ, उनमें मोटिवेशन जागरूकता कैसे आएगी? काउंसलिंग जी, एक है फैसिलिटी अवेलेबल होगी, वो हमने करा दी। नेक्स्ट है माँ को काउंसल करेंगे। देखो आजकल ज़्यादातर 50% लेडीज़ हैं जो काम करती हैं, उन्होंने जॉब 3 या 6 महीने के और मैटरनिटी लीव ख़त्म हो जाती है। सेकंड इशू है कईयों के ट्विंस हो रहे हैं, वो इतना दूध दे भी नहीं सकते कि दोनों बच्चों को फीड किया जा सके, तो हमें तो दोनों इश्यूज़ हैंडल करनी है। तो आई थिंक इट इज़ अ वेरी वेरी गुड ऑप्शन कि ब्रेस्ट मिल्क बैंक जो हम बना रहे हैं फ्री फॉर ऑल दीज पेशेंट्स जिनके छोटे छोटे बच्चे हैं, प्रीमेच्योर बच्चे हैं, या जो अफोर्ड नहीं कर सकते, या लॉन्ग स्टे होता है निक्कू में, तो उनके लिए तो बहुत अच्छी ऑप्शन है ਜੀ। ਸੋ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਸਾਇੰਸ ਦੀ ਉਹ ਟੈਕਨੀਕ ਆ ਚੁੱਕੀ ਹੈ। ਸੋ ਨੌਜਵਾਨ ਕੁੜੀਆਂ ਵੀ ਸਾਡੇ ਨਾਲ ਮੌਜੂਦ ਹੈਗੀਆਂ ਨੇ। ਜਦੋਂ ਤੁਸੀਂ ਪਹਿਲੀ ਵਾਰ ਤੁਹਾਨੂੰ ਇਸ ਸਬਜੈਕਟ ਦਾ ਪਤਾ ਲੱਗਿਆ ਸੀਗਾ, ਹੈਰਾਨੀ ਹੋਈ ਸੀ ਸੁਣ ਕੇ? ਥੋੜਾ ਜਿਹਾ ਅਜੀਬ ਲੱਗਿਆ ਸੀ ਕਿ ਹਾਂ ਇਦਾਂ ਵੀ ਕੁਝ ਹੋ ਸਕਦਾ ਹੈ, ਪਰ ਇਦਾਂ ਹੈ ਕਿ ਠੀਕ ਹੈ, ਵਧੀਆ ਗੱਲ ਹੈ। ਮੈਂ ਕਹਿੰਦੀ ਹਾਂ ਬਹੁਤ ਵਧੀਆ ਗੱਲ ਹੈ ਅਗਰ ਇਦਾਂ ਦਾ ਕੁਝ ਹੋ ਰਿਹਾ ਹੈ, ਅਗਰ ਇਦਾਂ ਦਾ ਕੁਝ ਹੋਣ ਜਾ ਰਿਹਾ ਤਾਂ ਬਹੁਤ ਵਧੀਆ ਗੱਲ ਹੈ। ਕਿਉਂਕਿ ਅਸੀਂ ਵੀ ਦਿਨ ਮਤਲਬ ਸੁਣਦੇ ਰਹਿੰਦੇ ਹਾਂ ਕਿ ਇੰਨੇ ਡੈਥ ਰੇਟ ਹੋ ਗਿਆ, ਇੰਨੇ ਬੱਚੇ ਮਰ ਗਏ, ਤੇ ਸਾਡੇ ਲਈ ਤਾਂ ਬਹੁਤ ਚੰਗੀ ਗੱਲ ਹੈ ਨਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਬਚਾ ਸਕਦੇ ਹਾਂ। ਔਰ ਕਈ ਮਾਵਾਂ ਇੱਦਾਂ ਦੀਆਂ ਵੀ ਹੁੰਦੀਆਂ ਨੇ ਕਿ ਜਿਨ੍ਹਾਂ ਨੂੰ ਹਾਈਪਰ ਲੈਕਟੇਸ਼ਨ ਦੀ ਦਿੱਕਤ ਹੁੰਦੀ ਹੈ, ਤੇ ਉਹ ਕੀ ਕਰਦੀਆਂ ਨੇ, ਉਹਨਾਂ ਨੇ ਵੈਸੇ ਵੀ ਆਪਣਾ ਮਿਲਕ ਕੱਢਣਾ ਹੈ ਔਰ ਉਹਨਾਂ ਨੂੰ ਸੁੱਟ ਦੇਣਾ ਹੈ। ਉਹ ਮਿਲਕ ਥੋੜੀ, ਉਹ ਤਾਂ ਕਿਸੇ ਦੀ ਜਾਨ ਸੁੱਟ ਰਹੀਆਂ ਨੇ ਨਾ, ਤੇ ਵਧੀਆ ਗੱਲ ਹੈ ਕਿ ਚਲੋ ਉਹ ਡੋਨੇਟ ਕਰ ਦੇਣਗੀਆਂ, ਕਿਸੇ ਹੋਰ ਦਾ ਭਲਾ ਹੋ ਜਾਏਗਾ, ਤੇ ਸਾਡੇ ਲਈ ਤਾਂ ਇਹ ਹੈ ਕਿ ਵਧੀਆ ਚੀਜ਼ ਹੈ। ਤੁਹਾਨੂੰ ਕਦੀ ਜ਼ਿੰਦਗੀ 'ਚ ਮੌਕਾ ਮਿਲੇ ਡੋਨੇਟ ਕਰਨਾ ਚਾਹੋਗੇ? ਮਾਂ ਬਣੋਗੇ, ਕੱਲ ਨੂੰ ਬੱਚਾ ਹੋਏਗਾ? ਬਿਲਕੁਲ ਬਿਲकुल, ਅਗਰ ਮੈਨੂੰ ਲੱਗੇਗਾ ਕਿ ਮੈਂ ਕਰ ਪਾ ਰਹੀ ਹਾਂ, ਮੈਂ ਬਿਲकुल ਕਰਾਂਗੀ जी। सो इस तरह के भी जोड़े है नौजवान पीढ़ी के विचार भी आ गए। आप क्या कहना चाहेंगे, आपके लिए कितना हैरानीजनक था ये जब आपने सुना कि ऐसी भी तकनीक आ चुकी है, माएँ किसी माँ का दूध कोई भी बच्चा पी सकता है, ऐसे संभाल के रखा जाएगा? जब ये टेक्निक के बारे में सुना था तो हैरानी हुई थी, लेकिन जब इसके बारे में रिसर्च करी तो पता चला कि बाकी कंट्रीज़ ऐसे ऑलरेडी कर रही हैं और इंडिया में ये इतना मशहूर नहीं है, तो हमें अवेयरनेस नहीं है। तो अवेयरनेस जागरूकता करनी हमारा काम है, हमें जागरूकता करनी चाहिए एंड सबको इनकरेज करना चाहिए कि आगे आए। और इस एक तो ये हाइपर लैक्टेशन जिनको है उनको भी बताएं कि ये इस टेक्निक से किसी का भला कर सकते हैं। और जो माएँ जिनका प्रीटर्म बच्चा हो रहा है या जिनको ऐसी गिल्ट फीलिंग है कि मैं अपने बच्चे को अपना दूध नहीं दे पा रही हूँ, उनको ये चीज़ बताई जाए, उनके भी अवेयरनेस करी जाए कि ये किसी और का दूध अपने बच्चे को दे सकते हैं और ये बिल्कुल सेफ़ है। चंडीगढ़ की माएँ आपको इतनी जागरूक लगती हैं, वो सेल्फ मोटिवेशन लेके आगे आएंगी या उनको जागरूक करना पड़ेगा? मुझे लगता है कि अगर उनको जागरूकता करी जाएगी तो वो डेफिनेटली आगे आएंगे डोनेशन के लिए और आगे आएंगे डोनेशन लेने के लिए भी। ਸੋ ਮਾਵਾਂ ਜਿਹੜੀਆਂ ਹੈਗੀਆਂ ਨੇ ਭਵਿੱਖ ਦੀਆਂ ਮੈਂ ਕਹੀਏ ਜਿਹੜੀਆਂ ਬਣ ਚੁੱਕੀਆਂ ਨੇ ਵੀ ਉਸ ਕੰਮ ਲਈ ਇਸ ਆ ਚੁੱਕੀ ਬਦਲਾਅ ਦੇ ਲਈ ਤਿਆਰ ਹੈਗੀਆਂ ਨੇ ਕਿ ਸਾਨੂੰ ਜੇਕਰ ਕਿਸੇ ਦਾ ਜਿਹੜਾ ਆਮ ਤੌਰ ਤੇ ਜਦੋਂ ਮਾਂ ਨਹੀਂ ਕਿਸੇ ਨੂੰ ਦੁੱਧ ਦੇ ਰਹੀ ਹੁੰਦੀ ਆ, ਜ਼ਿਆਦਾ ਨਿਕਲ ਰਿਹਾ ਹੁੰਦਾ, ਉਹ ਵੇਸਟ ਹੋ ਰਿਹਾ ਹੈਗਾ, ਤੇ ਕਿਸੇ ਬੱਚੇ ਦੇ ਲਈ ਉਹ ਜੀਵਨ ਦਾਨ ਦੇ ਤੌਰ ਤੇ ਕੰਮ ਕਰੇਗਾ। ਤੁਹਾਡੇ ਨਾਲ ਨੈਸਲੈਕ ਬਾਇਓਸਾਇੰਸਿਸ ਕੰਪਨੀ ਦੇ CEO ਡਾਕਟਰ ਮਹਿੰਦਰ ਨਾਗਰਾ ਮੌਜੂਦ ਹੈਗੇ ਨੇ। ਕਨਸੈਪਟ ਕੀ ਆ ਸਾਰਾ ਇਹਨਾਂ ਤੋਂ ਜਾਣਦੇ ਆ। ਸੋ ਡਾਕਟਰ ਸਾਹਿਬ, ਪਹਿਲਾ ਸਵਾਲ ਇਹੀ ਆ ਜਾਂਦਾ ਹੈ, ਮਾਂ ਨੇ ਜਦੋਂ ਆਪਣੇ ਦੁੱਧ ਦੀਆਂ ਧਾਰਾਂ ਕੱਢ ਕੇ ਦੇਤੀਆਂ, ਉਹਨੂੰ ਸੰਭਾਲੋਗੇ ਕਿੱਦਾਂ? ਇਹਦੇ ਵਿੱਚ ਜਿਹੜਾ ਪ੍ਰੋਸੈਸ ਹੈ ਪੂਰਾ ਡਿਫਾਈਨਡ ਹੈ। ਅਸੀਂ ਮਾਂ ਦਾ ਦੁੱਧ ਜਿੱਦਾਂ ਹੀ ਮਾਂ ਡੋਨੇਟ ਕਰਦੀ ਹੈ ਉਹਨੂੰ ਇਮੀਡੀਏਟਲੀ ਉਹਨੂੰ ਫ੍ਰੀਜ਼ਰ ਦੇ ਅੰਦਰ ਲਾ ਦਿੰਦੇ ਹਾਂ, ਤੇ ਸਾਇੰਸ ਇਹ ਪ੍ਰੂਵ ਕਰਦੀ ਹੈ ਕਿ ਮਾਂ ਦਾ ਦੁੱਧ ਜੇ -20 ਡਿਗਰੀ ਤੇ ਰਹੇ, ਕੁਝ ਵੀ ਨਾ ਤੁਸੀਂ ਕਰੋ, 6 ਮਹੀਨੇ ਤੱਕ ਵੈਸੇ ਵੀ ਉਹ ਠੀਕ ਰਹਿੰਦਾ। ਠੀਕ ਹੈ। ਤੇ ਅਸੀਂ ਮਦਰ ਦਾ ਮਿਲਕ ਉਹ ਕਲੈਕਟ ਕਰਕੇ ਫਿਰ ਅਸੀਂ ਉਹਨੂੰ ਆਪਣੀ ਫੈਸਿਲਿਟੀ 'ਚ ਲੈ ਆਉਂਦੇ ਹਾਂ, ਜਿੱਥੇ ਕਿ ਉਹਦੀ ਜਿੱਦਾਂ ਹੀ ਸਾਡੇ ਕੋਲ ਪਹੁੰਚਦਾ ਉਹਦੀ ਟੈਸਟਿੰਗ ਹੁੰਦੀ ਹੈ। ਅਸੀਂ 3 ਟੈਸਟ ਉਹਦੇ ਉੱਪਰ ਕਰਦੇ ਹਾਂ, ਫਿਜ਼ੀਕਲ, ਕੈਮੀਕਲ ਔਰ ਮਾਈਕਰੋਬਾਇਓਲੋਜੀਕਲ। ਜਦ ਅਸੀਂ ਦੇਖਦੇ ਹਾਂ ਵੀ ਦੁੱਧ ਉਹ ਠੀਕ ਹੈ, ਫਿਰ ਉਹਦੇ ਬਾਅਦ ਉਹਦੀ ਪ੍ਰੋਸੈਸਿੰਗ ਸ਼ੁਰੂ ਹੁੰਦੀ ਹੈ। ਹੁਣ ਪ੍ਰੋਸੈਸਿੰਗ ਵਿੱਚ ਸਾਡੀ ਜਿਹੜੀ ਟੈਕਨੋਲੋਜੀ ਹੈ ਉਹ ਇੰਡੀਆ ਵਿੱਚ ਪਹਿਲੀ ਵਾਰ ਆਈ ਹੈ, ਉਹ ਜਿਹਨੂੰ ਅਸੀਂ ਕਹਿੰਦੇ ਹਾਂ HTST ਟੈਕਨੋਲੋਜੀ। ਇਹ ਸਾਡੀ ਪ੍ਰੋਪਰਾਈਟਰੀ ਟੈਕਨੋਲੋਜੀ ਹੈ, ਤੇ ਇਹਦੇ ਵਿੱਚ ਮਿਲਕ ਨੂੰ ਜੋ ਹੀਟ ਕੀਤਾ ਜਾਂਦਾ ਸਿਰਫ 15 ਸੈਕਿੰਡ ਲਈ ਕੀਤਾ ਜਾਂਦਾ ਹੈ।
ਸਾਡੀ ਕੰਟਰੀ 'ਚ ਹੋਰ ਵੀ ਮਿਲਕ ਬੈਂਕ ਹੈਗੇ ਆ, ਬਟ ਉੱਥੇ ਜਿਹੜਾ ਮਿਲਕ ਨੂੰ ਹੀਟ ਕੀਤਾ ਜਾਂਦਾ ਤਕਰੀਬਨ 30 ਮਿੰਟਸ ਤੱਕ ਹੀਟ ਕੀਤਾ ਜਾਂਦਾ ਹੈ, ਤੇ ਜਿੰਨਾ ਜ਼ਿਆਦਾ ਤੁਸੀਂ ਹੀਟ ਕਰੋਗੇ ਉਨੀ ਜ਼ਿਆਦਾ ਮਿਲਕ ਦੀ ਆਪਣੀ ਪ੍ਰੋਪਰਟੀਜ਼ ਖਤਮ ਹੋ ਜਾਂਦੀਆਂ, ਉਹਦੀ ਕੁਆਲਿਟੀ ਵੀ ਖਤਮ ਕੁਆਲਿਟੀ ਖਤਮ ਹੋ ਜਾਂਦੀ ਹੈ, ਪ੍ਰੋਟੀਨ ਜਿੱਦਾਂ ਹੈ ਉਹ ਖਤਮ ਹੋ ਜਾਂਦੇ ਆ, ਇਮਿਊਨੋਗਲੋਬਿਨ ਕੰਟੈਂਟ ਹੁੰਦੇ ਆ ਉਹ ਖਤਮ ਹੋ ਜਾਂਦੇ ਆ। ਤੇ ਇੱਥੇ ਸਿਰਫ 15 ਮਿੰਟ ਦੇ ਐਕਸਪੋਜ਼ਰ ਦੇ ਵਿੱਚ ਬੜੀ ਐਫੀਸ਼ੀਐਂਟਲੀ ਅਸੀਂ ਮਿਲਕ ਦੇ ਅੰਦਰ ਉਹਨੂੰ ਪੈਸਚਰਾਈਜ਼ ਕਰ ਦਿੰਦੇ ਹਾਂ। ਉਹਦੇ ਬਾਅਦ ਅਸੀਂ ਉਹਨੂੰ ਸਟੈਂਡਰਡਾਈਜ਼ ਕਰਦੇ ਹਾਂ। ਉਹਦੇ ਬਾਅਦ ਇੱਕ ਸਾਡੇ ਕੋਲ ਇੱਕ ਮਸ਼ੀਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਫਰੀਜ਼ ਡਰਾਇਰ, ਜੋ ਕਿ ਅਗੇਨ ਇੰਪੋਰਟਡ ਹੈ, ਜਦਕਿ ਪਹਿਲੀ ਵਾਰ ਇੰਡੀਆ ਵਿੱਚ ਇਸ ਸਕੇਲ ਦੇ ਉੱਪਰ ਲੱਗ ਰਹੀ ਹੈ ਹਿਊਮਨ ਮਿਲਕ ਵਾਸਤੇ। ਤੇ ਅਸੀਂ ਉਹਨੂੰ ਫਰੀਜ਼ ਡਰਾਈ ਕਰਦੇ ਹਾਂ, ਜਿਹਦੇ ਵਿੱਚ ਅਗੇਨ ਅਸੀਂ ਸਿੱਧਾ ਉਹਦਾ ਮਿਲਕ ਦਾ ਜਿਹੜਾ ਵਾਟਰ ਹੈ ਉਹਨੂੰ ਸਿੱਧਾ ਵੈਪਰਾਈਜ਼ ਕਰ ਦਿੰਦੇ ਹਾਂ, ਸਬਲੀਮੇਸ਼ਨ ਪ੍ਰੋਸੈਸ ਕਹਿੰਦੇ ਹਾਂ ਉਹਨੂੰ। ਉਹਦੇ ਨਾਲ ਜਿਹੜਾ ਪਿੱਛੇ ਰਹਿ ਗਿਆ ਉਹ ਸਿਰਫ ਪਾਊਡਰ ਹੈ। ਉਹ ਪਾਊਡਰ ਨੂੰ ਫਿਰ ਅਸੀਂ ਪੈਕ ਕਰ ਦਿੰਦੇ ਹਾਂ ਮੋਇਸਚਰ ਰੈਜ਼ਿਸਟੈਂਟ ਪੈਕਸ ਦੇ ਅੰਦਰ, ਜਿਹਦੇ ਅੰਦਰ ਕਿ ਅਗਰ ਮਿਲਕ ਪਿਆ ਹੈ ਤੇ 12 ਮੰਥ ਤੱਕ ਉਹ ਸਟੇਬਲ ਹੈ, 12 ਮਹੀਨੇ ਤੱਕ ਉਹ ਯੂਜ਼ ਕੀਤਾ ਜਾ ਸਕਦਾ। ਜਿਵੇਂ ਕਹਿੰਦੇ ਕਿ 0 ਤੋਂ 5 ਸਾਲ ਤੱਕ ਮਾਂ ਨੂੰ ਆਪਣਾ ਦੁੱਧ ਪਿਲਾਉਣਾ ਚਾਹੀਦਾ ਬੱਚੇ ਨੂੰ, ਤੇ ਫਿਰ ਇਹਦੀ ਕੋਈ ਕੁਆਂਟੀਟੀ ਵੀ ਤੈਅ ਹੋਏਗੀ ਕਿ ਇੱਕ ਬੱਚੇ ਨੂੰ ਪਿਲਾਉਣੀ ਹੈ ਤਾਂ ਕਿੰਨੀ ਖੁਰਾਕ ਦੇਣੀ ਹੈ, ਉਹ ਗ੍ਰਾਮਾਂ 'ਚ ਹੋਏਗੀ ਜਾਂ ਮਿਲੀਲੀਟਰਾਂ 'ਚ, ਉਹ ਕੀ ਹੋਏਗਾ? ਇਹਦੇ ਵਿੱਚ ਇੱਦਾਂ ਕਿ ਜਿਹੜਾ ਮਿਲਕ ਬੈਂਕ ਦਾ ਕਨਸੈਪਟ ਹੈ, ਇਹਦੇ ਵਿੱਚ ਮਦਰ ਆਪਣਾ ਡੋਨੇਟ ਕਰ ਰਹੀ ਹੈ, ਤੇ ਜਿਹੜਾ ਪ੍ਰੀ ਟਰਮ ਬੇਬੀ ਹੈ, ਪ੍ਰੀ ਟਰਮ ਬੇਬੀ ਦਾ ਚੈਲੰਜ ਹੁੰਦਾ ਵੀ ਜਿਹੜੀ ਉਹਦੀ ਆਪਣੀ ਮਦਰ ਹੈ ਉਹ ਮਿਲਕ ਐਕਸਪ੍ਰੈਸ ਹੀ ਨਹੀਂ ਕਰ ਪਾਉਂਦੀ, ਤੇ ਇਸ ਬੱਚੇ ਲਈ ਇੱਕੇ ਚੋਇਸ ਆਪਣੇ ਕੋਲ, ਜਾਂ ਤਾਂ ਅਸੀਂ ਉਹਨੂੰ ਫਾਰਮੂਲਾ ਸਟਾਰਟ ਕਰ ਦਈਏ ਜਾਂ ਉਹਨੂੰ ਇੰਜੈਕਟੇਬਲ ਇਮਿਊਨੋ ਐਸਿਡ ਵਗੈਰਾ ਦਿੰਦੇ ਰਹੀਏ, ਜੋ ਕਿ ਦੋਨੋਂ ਹੀ ਖਤਰਨਾਕ ਹੈ। ਇਸੇ ਕਰਕੇ ਬਹੁਤ ਸਾਰੇ ਪ੍ਰੀਟਰਮ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਬਟ ਇਹ ਪ੍ਰੀਟਰਮ ਬੱਚੇ ਨੂੰ ਅਗਰ 15-20 ml ਵੀ ਪਹਿਲੇ ਦਿਨ ਮਿਲਕ ਮਿਲ ਜਾਏ ਮਦਰ ਦਾ, ਤੇ ਉਹਦੀ ਸਰਵਾਈਵਲ ਪੋਸੀਬਲ ਹੈ। ਤੇ ਉਹ 15-20 ml ਪਹਿਲੇ ਦਿਨ ਹੁੰਦਾ ਹੈ, ਹੌਲੀ ਹੌਲੀ ਉਹ 100 ml ਤੱਕ 7ਵੇਂ ਦਿਨ ਤੱਕ ਪਹੁੰਚ ਜਾਂਦਾ ਹੈ। ਬੱਚਾ ਇੱਕ ਵਾਰ 7ਵੇਂ ਦਿਨ 14 ਦਿਨ ਪਾਰ ਕਰ ਗਿਆ, ਦਿਨ ਦੇ ਬੱਚਾ ਸਟੇਬਲ ਹੈ, ਫਿਰ ਉਹ ਬੱਚਾ ਉਹਦੀ ਸਰਵਾਈਵਲ ਪੋਸੀਬਲ ਹੈ। ਸੋ ਨਗੜਾ ਸਾਹਿਬ, ਤੁਸੀਂ ਜਿਵੇਂ ਇਹ ਵੀ ਦੱਸਿਆ ਕਿ ਤੁਸੀਂ 3 ਟੈਸਟ ਕਰਦੇ ਹੋ ਜਦੋਂ ਮਾਂ ਦੁੱਧ ਦੇ ਦਿੰਦੀ ਹੈ, ਤੇ ਇੱਕ ਤੁਸੀਂ ਨਾਮ ਲਿਆ ਉਹਦੇ ਵਿੱਚ ਫਿਜ਼ੀਕਲ ਟੈਸਟ ਵੀ ਕਰਦੇ ਆ, ਉਹ ਕੀ ਹੁੰਦਾ ਫਿਜ਼ੀਕਲ ਟੈਸਟ? ਇਹ ਹੁੰਦਾ ਹੈ ਵੀ ਉਹਦੇ ਅੰਦਰ ਕੋਈ ਸਮੈਲ ਤਾਂ ਨਹੀਂ ਆ ਰਹੀ, ਕੋਈ ਉਹਦੇ ਅੰਦਰ ਕੋਈ ਹੋਰ ਅਡਲਟ੍ਰੇਸ਼ਨ ਤਾਂ ਨਹੀਂ ਹੋਈ ਵੀ, ਕੋਈ ਉਹਦੇ ਅੰਦਰ ਪਾਣੀ ਤਾਂ ਨਹੀਂ ਪਾਇਆ ਹੋਇਆ, ਤਾਂ ਉਸ ਤਰੀਕੇ ਦੀ ਚੀਜ਼ ਚੈੱਕ ਹੋ ਜਾਂਦੀ ਹੈ। ਕੈਮੀਕਲ ਦੇ ਅੰਦਰ ਫਿਰ ਅਸੀਂ ਚੈੱਕ ਕਰਦੇ ਹਾਂ ਕੋਈ ਉਹਦੇ ਅੰਦਰ ਮਦਰ ਨੇ ਕੋਈ ਡਰੱਗਸ ਲਿੱਤੇ ਹੋਣ, ਕੋਈ ਉਹਨਾਂ ਦੀ ਪ੍ਰੈਜ਼ੈਂਸ ਨਾ ਹੋਵੇ, ਕੋਈ ਹਾਂਜੀ ਬਿਮਾਰੀ ਤਾਂ ਇੱਦਾਂ ਕਿ ਡੋਨਰ ਜਿਹੜੇ ਹੁੰਦੇ ਆ ਉਹਨਾਂ ਦੀ ਸਕਰੀਨਿੰਗ ਪਹਿਲਾਂ ਹੀ ਹੁੰਦੀ ਹੈ। ਅਸੀਂ ਇਨਸ਼ੋਰ ਕਰਦੇ ਹਾਂ ਵੀ ਜਿਹੜੀ ਮਦਰ ਹੈ ਉਹ ਹੈਲਦੀ ਹੋਣੀ ਚਾਹੀਦੀ ਹੈ, ਵੋਲੰਟੀਅਰ ਜਿਹੜਾ ਡੋਨੇਟ ਕਰ ਰਿਹਾ ਹੈ ਉਹ ਹੈਲਦੀ ਹੋਣਾ ਚਾਹੀਦਾ ਹੈ। ਤੇ HIV ਦਾ ਟੈਸਟ, ਹੈਪੇਟਾਈਟਿਸ ਦਾ ਤੇ ਸਿਫਿਲਿਸ ਦਾ। ਇਹ ਸ਼ੂਗਰ ਵਗੈਰਾ ਵੀ ਨਹੀਂ, ਸ਼ੂਗਰ ਦਾ ਕੋਈ ਇਸ਼ੂ ਨਹੀਂ, ਸ਼ੂਗਰ ਵਾਲੀ ਮਦਰ ਆਪਣੇ ਬੱਚੇ ਨੂੰ ਫੀਡ ਕਰ ਸਕਦੀ ਹੈ, ਉਹਦੇ ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ, ਸ਼ੂਗਰ ਵਾਲੀ ਮਾਂ ਦਾ ਲਿਆ ਜਾ ਸਕਦਾ, ਲਿਆ ਜਾ ਸਕਦਾ ਹੈ। ਬਟ ਜਿਹੜੀ ਇਹ 3 ਬਿਮਾਰੀਆਂ ਜਿਹੜੀ ਕਿ ਇਨਫੈਕਸ਼ੀਅਸ ਹੈ, HIV, ਹੈਪੇਟਾਈਟਿਸ ਤੇ ਸਿਫਿਲਿਸ, ਇਹਨਾਂ ਦੀ ਜਾਂਚ ਕੀਤੀ ਜਾਂਦੀ ਹੈ। ਉਹਦੇ ਬਾਅਦ ਹੀ ਜੇ ਦੇਖਿਆ ਜਾਂਦਾ ਮਦਰ ਹੈਲਦੀ ਹੈ, ਮਦਰ ਨੂੰ ਕੋਈ ਇਨਫੈਕਸ਼ਨ ਨਹੀਂ ਹੈ। ਕਈ ਵਾਰ ਇਹ ਵੀ ਹੁੰਦਾ ਮਦਰ ਦੇ ਜਿਹੜੇ ਬ੍ਰੈਸਟ ਹੈ ਉਹਨਾਂ ਦੇ ਉੱਪਰ ਵੀ ਇਨਫੈਕਸ਼ਨ ਹੁੰਦੀ ਹੈ, ਮੈਸਟਾਈਟਿਸ ਹੁੰਦੀ ਹੈ, ਉਹ ਮਦਰ ਨੂੰ ਵੀ ਫॉर ਦੀ ਟਾਈਮ ਬਿੰਗ ਉਹਨੂੰ ਮਨਾ ਕੀਤਾ ਜਾਂਦਾ ਹੈ। ਬਟ ਇੱਕ ਵਾਰ ਉਹ ਮਦਰ ਹੈਲਦੀ ਹੈ ਤੇ ਫਿਰ ਉਹ ਡੋਨੇਟ ਕਰ ਸਕਦੀ ਹੈ। ਜੀ, ਤੇ ਆਪਣਾ ਕੀ ਕਹਿ ਸਕਦੇ ਆ, ਇੱਕ ਇਮੋਸ਼ਨਲ ਇਸ਼ੂ ਵੀ ਆ ਜਾਂਦਾ ਹੈ ਭਾਰਤ ਦੇ ਵਿੱਚ। ਕੀ ਲੱਗਦਾ ਹੈ ਔਰਤਾਂ ਇਸ ਕੰਮ ਲਈ ਤਿਆਰ ਹੋ ਪਾਣਗੀਆਂ? ਕਿੱਦਾਂ ਕਰੋਗੇ ਤਿਆਰ? ਇਹਦੇ ਵਿੱਚ ਇਹ ਕਿ ਆਲਰੇਡੀ ਇਹ ਚੀਜ਼ ਇੱਦਾਂ ਨਹੀਂ ਕਿ ਬਿਲਕੁਲ ਹੀ ਨਵੀਂ ਹੈ, ਕਿਉਂਕਿ ਆਲਰੇਡੀ 57 ਮਿਲਕ ਬੈਂਕ ਆਪਣੀ ਕੰਟਰੀ 'ਚ ਹੈ। ਪਰ ਅਵੇਅਰ ਨਹੀਂ ਹੈਗੇ ਲੋਕ। ਹਾਂਜੀ, ਉਹ ਇਹ ਵੀ ਆਪਣੇ ਨਾਰਥ ਏਰੀਆ ਵਿੱਚ ਘੱਟ ਹੈ, ਬਾਕੀ ਜਿਹੜੇ 57 ਹੈ ਐਕਚੁਅਲੀ ਉਹ ਨੀਡ ਦੇ ਹਿਸਾਬ ਨਾਲ ਬਹੁਤ ਘੱਟ ਹੈ। ਸਾਡੀ ਕੰਟਰੀ ਵਿੱਚ ਗਵਰਨਮੈਂਟ ਆਫ ਇੰਡੀਆ ਦੀ ਮੁਹਿੰਮ ਹੈ ਕਿ 900+ ਮਿਲਕ ਬੈਂਕ ਚਾਹੀਦੇ ਹੈ, ਤੇ ਗਵਰਨਮੈਂਟ ਪਿਛਲੇ 3 ਸਾਲ ਤੋਂ ਇਹ ਟਰਾਈ ਵੀ ਕਰ ਰਹੀ ਹੈ ਵੀ ਅਸੀਂ ਹੋਰ ਹਰੇਕ SNCU 'ਚ ਮਿਲਕ ਬੈਂਕ ਬਣਾਈਏ। ਬਟ ਇਹਦਾ ਇਸ਼ੂ ਇਹ ਹੁੰਦਾ ਵੀ ਇਹ ਮਿਲਕ ਬੈਂਕ ਇਸਟੈਬਲਿਸ਼ ਕਰਨਾ ਬਹੁਤ ਹੀ ਕਾਸਟ ਇੰਟੈਂਸਿਵ ਐਕਸਰਸਾਈਜ਼ ਹੈ, ਮੈਨ ਪਾਵਰ ਬਹੁਤ ਚਾਹੀਦੀ ਹੈ, ਤੇ ਇਸ ਕਰਕੇ ਇਹ ਕਾਮਯਾਬ ਨਹੀਂ ਹੋ ਪਾਉਂਦਾ। ਤੇ ਸਾਡੀ ਕੰਪਨੀ ਇਹ ਟੈਕਨੋਲੋਜੀ ਪਲੇਟਫਾਰਮ ਦੇ ਰਹੀ ਹੈ ਹਸਪੀਟਲਸ ਨੂੰ ਕਿ ਤੁਸੀਂ ਕਲੈਕਸ਼ਨ ਕਰੋ, ਬਾਕੀ ਸਾਰਾ ਬੈਕ ਐਂਡ ਪ੍ਰੋਸੈਸਿੰਗ, ਕਨਵਰਜਨ, ਲਾਈਫਲਾਈਜੇਸ਼ਨ, ਪੈਕੇਜਿੰਗ ਸਾਰਾ ਅਸੀਂ ਕਰਕੇ ਦੇ ਰਹੇ ਹਾਂ। ਤੇ ਇੱਕ ਪਲੇਟਫਾਰਮ ਹਸਪੀਟਲ ਨੂੰ ਮਿਲ ਜਾਂਦਾ ਹੈ ਜਿਹਦੇ ਵਿੱਚ ਵਿਦਆਊਟ ਕਾਸਟ ਇਨਕਰ ਕਰੇ ਕੋਈ ਵੀ ਹਸਪੀਟਲ ਅੱਜ ਦੀ ਡੇਟ 'ਚ ਆਪਣਾ ਮਿਲਕ ਬੈਂਕ ਖੁਲਵਾ ਸਕਦਾ ਹੈ। ਤੇ ਸਵਾਲ ਇਹੀ ਆ ਜਾਂਦਾ, ਕੰਪਨੀਆਂ ਕਹਿੰਦੇ ਸਿਰਫ ਤੇ ਸਿਰਫ ਆਪਣਾ ਫਾਈਨੈਂਸ਼ੀਅਲ ਪ੍ਰੋਫਿਟ ਦੇਖਦੀਆਂ, ਫਿਰ ਤੁਸੀਂ ਕਹਿ ਰਹੇ ਹੋ ਵੀ ਖਰਚਾ ਬਹੁਤ ਹੈਗਾ, ਤੇ ਤੁਹਾਨੂੰ ਫਾਈਨੈਂਸ਼ੀਅਲ ਕਿਸ ਤਰ੍ਹਾਂ ਤੁਸੀਂ ਦੇਖੋਗੇ ਇਸ ਚੀਜ਼? ਸਾਡੇ ਇਹ ਵੀ ਸਾਡੀ ਜਿਹੜਾ ਪਲੇਟਫਾਰਮ ਟੈਕਨੋਲੋਜੀ ਹੈ ਉਹਦੇ ਵਾਸਤੇ ਅਸੀਂ ਹਸਪੀਟਲ ਵਾਲ ਨੂੰ ਇੱਕ ਲਾਇਸੈਂਸਿੰਗ ਫੀ ਚਾਰਜ ਕਰਦੇ ਹਾਂ ਜੀ, ਜਿਹੜੀ ਕਿ ਜੇ ਤੁਸੀਂ ਕੰਪੇਅਰ ਕਰੋ ਜੇ ਹਸਪੀਟਲ ਆਪਣਾ ਮਿਲਕ ਬੈਂਕ ਲਗਾਵੇ, ਖਰਚਾ ਕਰੇ, ਤਾਂ ਵੀ ਉਹ ਤੋਂ 60% ਘੱਟ ਖਰਚਾ ਹੈ। ਤੇ ਹਸਪੀਟਲ ਮਿਲਕ ਬੈਂਕ ਵੀ ਬਣਾ ਸਕਦਾ ਹੈ ਤੇ 60% ਖਰਚਾ ਵੀ ਬਚਾ ਸਕਦਾ ਹੈ ਤੇ ਬੱਚਿਆਂ ਦੀ ਜਾਨ ਵੀ ਬਚਾ ਸਕਦਾ ਹੈ ਜੀ। ਸੋ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਹੈਗਾ ਕਿ ਇਹ ਖਾਸ ਕਰਕੇ ਜਿਵੇਂ ਕਈ ਮਾਵਾਂ ਨੂੰ ਸ਼ੂਗਰ ਦੀ ਤਕਲੀਫ ਵੀ ਹੁੰਦੀ ਹੈ, ਉਸ ਜੇ ਦਾਨ ਕਰਨਾ ਚਾਹਣ ਦੁੱਧ ਦਾ ਤਾਂ ਨਾ ਲੱਗੇ ਮੈਂ ਨਹੀਂ ਦੇ ਸਕਦੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਕਿਸੇ ਲੇਡੀ ਨੂੰ ਸ਼ੂਗਰ ਵੀ ਹੈਗੀ ਹੈ ਤਾਂ ਉਹਦਾ ਦੁੱਧ ਵੀ ਜਿਹੜਾ ਹੈਗਾ ਇਹ ਦਾਨ ਦੇ ਵਿੱਚ ਲੈਣਗੇ, ਤੇ ਜੇ ਕੋਈ ਲੋੜਵੰਦ ਬੱਚਾ ਹੋਏਗਾ ਜ਼ਰੂਰਤਮੰਦ ਉਹਨੂੰ ਪਿਲਾਇਆ ਜਾ ਸਕੇਗਾ। ਤੇ ਉੱਤਰੀ ਭਾਰਤ ਦੇ ਵਿੱਚ ਆਪਾਂ ਗੱਲ ਕਰ ਲਈ, ਹਾਲਾਂਕਿ ਇੰਡੀਆ ਦੇ ਵਿੱਚ 57 ਅਜਿਹੇ ਬੈਂਕ ਚੱਲ ਰਹੇ ਨੇ, ਦਿੱਲੀ ਦੇ ਵਿੱਚ ਹੈਗਾ, ਦੇਸ਼ ਦੀ ਰਾਜਧਾਨੀ ਦੇ ਵਿੱਚ। ਹੁਣ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਦੀ ਰਾਜਧਾਨੀ ਦੇ ਵਿੱਚ ਇਹ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਇਹ ਬਲੱਡ ਬੈਂਕ ਉੱਤਰੀ ਭਾਰਤ 'ਚ ਸ਼ੁਰੂ ਹੋਣ ਜਾ ਰਿਹਾ, ਤੇ ਲੋਕ ਕਿੰਨਾ ਕੁ ਅੱਗੇ ਆਉਂਦੇ ਨੇ ਅਜਿਹੇ ਦਾਨ ਦੇ ਲਈ, ਦੁੱਧ ਦੇ ਦਾਨ ਦੇ ਲਈ, ਤੇ ਮਾਵਾਂ ਕਿੰਨੀਆਂ ਕੁ ਹੋਰ ਦੇਖਾਂਗੇ ਉਹਨਾਂ ਨੂੰ ਕਿੰਨਾ ਕੁ ਉਹਨਾਂ ਦਾ ਆਪਣਾ ਜਿਹੜਾ ਪੁੱਤਰ ਮੋਹ, ਜਿਹੜਾ ਔਲਾਦ ਦਾ ਮੋਹ ਜਿਹੜਾ ਹੋਰ ਬੱਚਿਆਂ ਲਈ ਵੀ ਅਣਪਦਾ। ਆਉਣ ਵਾਲੇ ਟਾਈਮ 'ਚ ਇਹ ਵੀ ਚੀਜ਼ ਅਸੀਂ ਤੁਹਾਨੂੰ ਦਿਖਾਵਾਂਗੇ। ਵਿਜੇ ਪ੍ਰਦੀਪ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।